ਮੋਦੀ ਸਰਕਾਰ ਵਨ ਨੇਸ਼ਨ ਵਨ ਇਲੈਕਸ਼ਨ ਬਿੱਲ ਲੈ ਕੇ ਆ ਰਹੀ ਹੈ ਤੇ ਪੰਜਾਬ ਸਮੇਤ ਬਾਕੀ ਸੂਬੇ ਦੀਆਂ ਵਿਧਾਨ ਸਭਾਵਾਂ ਚੋਣਾਂ ਇਸੇ ਸਾਲ ਲੋਕ ਸਭਾ ਚੋਣਾਂ ਦੇ ਨਾਲ ਦੁਬਾਰਾ ਹੋ ਸਕਦੀਆਂ ਨੇ। ਇਹ ਬਹੁਤ ਵੱਡੀ ਖਬਰ ਤੁਹਾਡੇ ਲਈ ਲੈ ਕੇ ਆਏ ਆ ਔਰ ਇਸ ਪੂਰੇ ਵਿਸ਼ੇ ਤੇ ਅਸੀਂ ਗੱਲਬਾਤ ਜਿਹੜੀ ਕਰਨੀ ਹੈ ਕਿ ਵਾਕਈ ਇਹ ਕਦੋਂ ਤੋਂ ਬਿੱਲ ਲਿਆਂਦਾ ਜਾ ਸਕਦਾ ਹੈ, ਕਦੋਂ ਪਾਸ ਕਰ ਸਕਦੀ ਹੈ ਮੋਦੀ ਸਰਕਾਰ ਔਰ ਕਦੋਂ ਪੰਜਾਬ ਸਮੇਤ ਬਾਕੀ ਸੂਬਿਆਂ ਦੇ ਵਿੱਚ ਦੁਬਾਰਾ ਜਿਹੜੀਆਂ ਵਿਧਾਨ ਸਭਾਵਾਂ ਚੋਣਾਂ ਲੋਕ ਸਭਾ ਚੋਣਾਂ ਦੇ ਨਾਲ ਹੋਣਗੀਆਂ, ਕਦੋਂ ਤੋਂ ਇਹ ਸਿਲਸਿਲਾ ਚੱਲਿਆ, ਅਲੱਗ-ਅਲੱਗ ਚੋਣਾਂ ਹੋਣ ਦਾ ਤੇ ਕਦੋਂ ਤੱਕ ਇਕੱਠਿਆਂ ਚੱਲਿਆ। ਬਹੁਤ ਅਹਿਮ ਜਾਣਕਾਰੀ ਤੇ ਬਹੁਤ ਵੱਡੀ ਖਬਰ ਜਿਹੜੀ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਦੱਸਣ ਜਾ ਰਹੇ ਹਾਂ। ਬਹੁਤ ਅਹਿਮ ਪ੍ਰੋਗਰਾਮ ਹੈ ਔਰ ਤੁਹਾਡੇ ਲਈ ਜਾਣਕਾਰੀ ਇਹ ਬਹੁਤ ਮਹੱਤਵਪੂਰਨ ਹੈ ਔਰ ਇਹਦੇ ਵਿੱਚ ਬਹੁਤ ਕੁਝ ਖੁਲਾਸੇ ਵੀ ਜਿਹੜੇ ਆ ਉਹ ਹੋਣਗੇ। ਮੇਰੇ ਨਾਲ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਜੁੜ ਚੁੱਕੇ ਆ। ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦਾ ਪੱਟੀ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸ਼ੁਕਰੀਆ ਸੁਖਵਿੰਦਰ ਜੀ, ਸਤਿ ਸ੍ਰੀ ਅਕਾਲ। ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਪੱਟੀ ਸਾਹਿਬ, ਆਪਾਂ 6 ਮਹੀਨੇ ਪਹਿਲਾਂ ਇਹ ਖਬਰ ਜਿਹੜੀ ਆ ਕਰਤੀ ਸੀ, ਹੋ ਸਕਦਾ ਕਿ ਬਹੁਤੇ ਦਰਸ਼ਕਾਂ ਨੂੰ ਆਪਣਿਆਂ ਨੂੰ ਚੇਤਾ ਹੋਵੇ। 6 ਮਹੀਨੇ ਪਹਿਲਾਂ ਆਪਾਂ ਖਬਰ ਕੀਤੀ ਸੀ ਕਿ ਇਸੇ ਸਾਲ ਮੋਦੀ ਸਰਕਾਰ ਜਿਹੜੀ ਆ ਵਨ ਨੇਸ਼ਨ ਵਨ ਇਲੈਕਸ਼ਨ ਜਿਹੜਾ ਉਹ ਬਿੱਲ ਲੈ ਕੇ ਆ ਸਕਦੀ ਹੈ ਤੇ ਹੁਣ ਪਤਾ ਲੱਗਿਆ ਕਿ 18 ਤੋਂ 22 ਸਤੰਬਰ ਤੱਕ ਦਾ ਇੱਕ ਵਿਸ਼ੇਸ਼ ਸੈਸ਼ਨ ਜਿਹੜਾ ਮੋਦੀ ਸਰਕਾਰ ਨੇ ਬੁਲਾ ਲਿਆ ਔਰ ਉਹਦੇ ਵਿੱਚ ਕਹਿੰਦੇ ਕਿ ਵਨ ਨੇਸ਼ਨ ਵਨ ਇਲੈਕਸ਼ਨ ਦਾ ਜਿਹੜਾ ਬਿੱਲ ਹੈ ਔਰ ਉਹਦੇ ਸਮੇਤ 2 ਹੋਰ ਬਿੱਲ ਜਿਹੜੇ ਔਰਤਾਂ ਦੇ ਰਾਖਵੇਂਕਰਨ ਦੇ ਔਰ ਯੂਸੀਸੀ ਦੇ ਜਿਹੜੇ ਬਿੱਲ ਪਾਸ ਕੀਤੇ ਜਾ ਸਕਦੇ ਆ, ਲਿਆਂਦੇ ਜਾ ਸਕਦੇ ਆ। ਪਰ ਸਭ ਤੋਂ ਅਹਿਮ ਇਹ ਹੈ ਕਿ ਵਨ ਨੇਸ਼ਨ ਵਨ ਇਲੈਕਸ਼ਨ, ਇਹਦਾ ਭਾਵ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਸਰਕਾਰ 22 ਦੇ ਵਿੱਚ ਬਣੀ ਸੀ, ਜਿਹੜੀ ਕਿ 27 ਦੇ ਵਿੱਚ ਦੁਬਾਰਾ ਹੁਣ ਚੋਣਾਂ ਹੋਣੀਆਂ ਸੀ, ਜੇਕਰ ਇਹ ਮੋਦੀ ਸਰਕਾਰ ਬਿੱਲ ਲੈ ਆਉਂਦੀ ਔਰ ਪਾਸ ਹੋ ਜਾਂਦਾ ਹੈ ਤਾਂ ਇਸੇ ਲੋਕ ਸਭਾ ਚੋਣਾਂ ਦੇ ਨਾਲ ਭਾਵ ਕਿ ਜਾਂ ਤਾਂ 2024 ਦੀ ਸ਼ੁਰੂਆਤ ਦੇ ਵਿੱਚ ਜਾਂ ਫਿਰ ਦਸੰਬਰ ਮਹੀਨੇ ਦੇ ਐਂਡ ਦੇ ਮਹੀਨੇ ਦੇ ਵਿੱਚ 2023 ਦੇ ਵਿੱਚ ਦੁਬਾਰਾ ਵਿਧਾਨ ਸਭਾਵਾਂ ਚੋਣਾਂ ਹੋ ਸਕਦੀਆਂ। ਭਾਵ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਾਂ ਬਾਕੀ ਸੂਬਿਆਂ ਦੇ ਵਿੱਚ ਜਿਹੜੀਆਂ ਨਵੀਆਂ ਬੜੀਆਂ ਸਰਕਾਰਾਂ ਨੇ ਉਹਨਾਂ ਨੂੰ ਸਾਰੀਆਂ ਨੂੰ ਤੋੜ ਕੇ ਲੋਕ ਸਭਾ ਦੇ ਨਾਲ ਕਰਵਾਇਆ ਜਾ ਸਕਦਾ ਹੈ। ਡਾਕਟਰ ਸਾਹਿਬ, ਕਿਵੇਂ ਦੇਖਦੇ ਹੋ ਕਿ ਜਿਹੜਾ ਇਹ ਨਵਾਂ ਬਿੱਲ ਵਨ ਨੇਸ਼ਨ ਵਨ ਇਲੈਕਸ਼ਨ ਜਿਹੜਾ ਲਿਆਂਦਾ ਜਾ ਸਕਦਾ ਹੈ 18 ਤੋਂ 22 ਸਤੰਬਰ ਤੱਕ, ਦੇਖੋ ਬਹੁਮਤ ਤਾਂ ਹੈਗੀ ਆ ਉਹਨਾਂ ਕੋਲੇ, ਰਾਜ ਸਭਾ ਦੇ ਵਿੱਚ ਵੀ ਲੋਕ ਸਭਾ ਦੇ ਵਿੱਚ ਪਾਸ ਹੋ ਜਿਹੜਾ ਉਹ ਕਰਵਾ ਸਕਦੇ ਆ, ਤਾਂ ਕਿਵੇਂ ਦੇਖਦੇ ਹੋ ਕੀ ਹਾਲਾਤ ਜਿਹੜੇ ਆ ਬਣ ਗਏ ਔਰ ਕਦੋਂ ਤੱਕ ਇਲੈਕਸ਼ਨ ਇਕੱਠੇ ਹੁੰਦੇ ਰਹੇ ਯਾਰ, ਇਹਦਾ ਪੂਰਾ ਇਤਿਹਾਸ ਕੀ ਆ ਇਹ ਸਾਨੂੰ ਜ਼ਰੂਰ ਦੱਸੋ ਜੀ। ਸੁਖਵਿੰਦਰ ਜੀ, ਦੇਖੋ ਜਦ ਤੋਂ ਆਪਣੇ ਇਲੈਕਸ਼ਨਾਂ 1952 ਤੋਂ ਸ਼ੁਰੂ ਹੋਈਆਂ ਨੇ ਨਾ, ਤਾਂ ਪਹਿਲਾਂ 52 ਤੋਂ 67 ਤੱਕ ਲਗਭਗ ਸਟੇਟਾਂ ਦੀਆਂ ਤੇ ਸੈਂਟਰ ਦੀਆਂ ਇਲੈਕਸ਼ਨਾਂ ਇਕੱਠੀਆਂ ਹੀ ਹੁੰਦੀਆਂ ਸੀ। ਕੋਈ ਮੁਸ਼ਕਲ ਨਹੀਂ ਸੀ, ਕੋਈ ਮੇਜਰ ਪਾਰਟੀ ਸੀ ਕਾਂਗਰਸ, ਲਗਭਗ ਉਹੀ ਜਿੱਤ ਜਾਂਦੇ ਸੀ। ਉਹਨਾਂ ਨੂੰ ਕੋਈ ਖਾਸ ਵੱਡਾ ਚੈਲੰਜ ਵੀ ਨਹੀਂ ਸੀ। ਕੁਝ ਕਿਵੇਂ ਭਾਸ਼ਾ ਦੇ ਬੇਸ ਤੇ ਆਂਧਰਾ ਵਗੈਰਾ 'ਚ ਚੈਲੰਜ ਆਇਆ ਸੀ, ਪਰ ਕੋਈ ਹੋਰ ਪਾਰਟੀ ਨਹੀਂ ਸੀ ਬਣੀ। ਇਹ ਸ਼ੁਰੂ ਹੋਇਆ ਸਿਲਸਿਲਾ 1967 ਦੇ ਵਿੱਚ, ਦਰਅਸਲ ਜਦੋਂ ਮਿਸਿਸ ਇੰਦਰਾ ਗਾਂਧੀ ਨੇ ਕੇਰਲ ਦੀ ਗਵਰਨਮੈਂਟ ਤੋੜ ਦਿੱਤੀ ਸੀ, ਉਹਦੇ ਨਾਲ ਫਿਰ ਇਹ ਭੰਗ ਹੋ ਗਈ ਚੀਜ਼ ਕਿ ਸਾਰੀਆਂ ਸਟੇਟਾਂ, ਕਿਉਂਕਿ ਅਸੈਂਬਲੀ ਭੰਗ ਹੋ ਗਈ, ਉਹਦੀ ਇਲੈਕਸ਼ਨ ਫਿਰ ਕਰਾਉਣੀ ਪੈਣੀ ਸੀਗੀ। ਇਹ ਚੱਲਦਾ ਕੰਮ 1959 ਦੇ ਵਿੱਚ ਤੋੜੀ। ਹਾਂ, 1959 ਚ ਤੋੜੀ। 59 ਦੇ ਵਿੱਚ। 67 ਦੇ ਵਿੱਚ ਕੀ ਹੋਇਆ ਕਿ ਕਾਂਗਰਸ ਦੇ ਵਿੱਚ 67 ਤੇ 69 ਦਾ ਜਿਹੜਾ ਟਾਈਮ ਸੀ ਨਾ 2 ਸਾਲਾਂ ਦਾ, ਉਹ ਬੜਾ ਟਰਬੂਲੈਂਟ ਪੀਰੀਅਡ ਸੀਗਾ ਕਿ ਕਾਂਗਰਸ ਦੇ ਵਿੱਚ ਫੁੱਟ ਪੈ ਗਈ। ਇੱਕ ਪਾਸੇ ਮੁਰਾਰਜੀ ਦੇਸਾਈ ਵਗੈਰਾ ਉਹਨੂੰ ਸਿੰਡੀਕੇਟ ਕਹਿੰਦੇ ਸੀ, ਦੂਜੇ ਪਾਸੇ ਕਾਂਗਰਸ ਆਈ ਇੰਦਰਾ ਦੇ ਤੌਰ ਤੇ ਅਮਰਜ ਕੀਤੀ। ਉਦੋਂ ਫਿਰ ਮਤਲਬ ਕੁਝ ਸਟੇਟਾਂ ਦੇ ਵਿੱਚ ਕਾਂਗਰਸ ਹਾਰ ਗਈ ਸੀ। ਅਸਲ ਦੇ ਵਿੱਚ ਕਮਿਊਨਿਸਟਾਂ ਦੀਆਂ ਸਟੇਟਾਂ ਵੀ ਕੇਰਲਾ, ਬੰਗਾਲ ਵਗੈਰਾ 'ਚ ਉਸ ਟਾਈਮ ਹੋਣ ਦੇ ਵਿੱਚ ਆਈਆਂ। ਉਦੋਂ ਤੋਂ ਥੋੜਾ ਇਹ ਹੈ ਵੀ ਸੂਬਿਆਂ ਦੀਆਂ ਇਲੈਕਸ਼ਨਾਂ ਤੇ ਕੇਂਦਰ ਦੀਆਂ ਇਲੈਕਸ਼ਨਾਂ ਵੱਖ-ਵੱਖ ਥੋੜੀ ਜਿਹੀਆਂ ਹੋਣੀਆਂ ਸ਼ੁਰੂ ਹੋਈਆਂ। ਤੇ 1975 ਦੇ ਵਿੱਚ ਜਦੋਂ ਐਮਰਜੈਂਸੀ ਲਾਈ ਇੰਦਰਾ ਗਾਂਧੀ ਨੇ, ਤਾਂ ਉਹਨੇ 9 ਸਟੇਟਾਂ ਨੇ ਜਿਹੜੀਆਂ ਉਹ ਤੋੜ ਦਿੱਤੀਆਂ ਸੀ। ਪਰ ਉਹ ਤੋਂ ਬਾਅਦ ਦੇ ਵਿੱਚ ਫਿਰ 77 ਦੇ ਵਿੱਚ ਇਲੈਕਸ਼ਨਾਂ ਹੋਈਆਂ। ਇਲੈਕਸ਼ਨਾਂ ਦੇ ਵਿੱਚ ਜਨਤਾ ਪਾਰਟੀ ਆ ਗਈ, ਉਹਨਾਂ ਨੇ ਉਹੀ ਮਤਲਬ ਦੁਬਾਰਾ ਤੋੜ ਕੇ ਉਸ ਤਰੀਕੇ ਦੇ ਨਾਲ ਮਤਲਬ ਉਹਨਾਂ ਨੇ ਫਿਰ ਆਪਣਾ ਕਰਿਆ ਕਾਇਮ। ਥੋੜਾ ਇੱਥੇ ਦੱਸ ਦਈਏ ਡਾਕਟਰ ਸਾਹਿਬ, ਥੋੜਾ ਦੱਸ ਦਈਏ ਜਿਹੜਾ ਨਾਲ ਚੱਲ ਰਿਹਾ ਕਿ 1968 ਤੇ 69 ਦੇ ਵਿੱਚ ਯੂਪੀ, ਬਿਹਾਰ ਤੇ ਬੰਗਾਲ ਤੇ ਹਰਿਆਣਾ ਦੀਆਂ ਸਰਕਾਰਾਂ ਜਿਹੜੀਆਂ ਇੰਦਰਾ ਗਾਂਧੀ ਨੇ ਤੋੜ ਦਿੱਤੀਆਂ। ਫਿਰ 1977 ਦੇ ਵਿੱਚ ਜਨਤਾ ਪਾਰਟੀ ਨੇ 9 ਜਿਹੜੀਆਂ ਉਹ ਤੋੜ ਦਿੱਤੀਆਂ ਸਰਕਾਰਾਂ ਔਰ ਉੱਥੇ 9 ਸੂਬਿਆਂ ਦੇ ਵਿੱਚ ਇਲੈਕਸ਼ਨਾਂ ਕਰਵਾਈਆਂ ਔਰ 7 ਸੂਬਿਆਂ ਦੇ ਵਿੱਚ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਬਣੀ। ਫਿਰ ਉਹਨਾਂ ਨੇ 1980 ਦੇ ਵਿੱਚ ਇੰਦਰਾ ਗਾਂਧੀ ਨੇ ਜਿਹੜੀਆਂ ਉਹ ਸਰਕਾਰਾਂ ਫਿਰ ਆ ਕੇ 9 ਦੀਆਂ 9 ਜਿਹੜੀਆਂ ਤੋੜ ਦਿੱਤੀਆਂ, ਤਕਰੀਬਨ ਫਿਰ 6-7 ਦੇ ਵਿੱਚ ਕਾਂਗਰਸ ਦੀ ਸਰਕਾਰ ਬਣੀ। ਇਸ ਤਰ੍ਹਾਂ ਇਹ ਸਿਲਸਿਲਾ ਜਿਹੜਾ ਚੱਲਦਾ ਰਿਹਾ ਸਰਕਾਰਾਂ ਤੋੜਨ ਦਾ, ਔਰ ਲੋਕ ਸਭਾ ਤੇ ਵਿਧਾਨ ਸਭਾ ਦਾ ਜਿਹੜਾ ਟਾਈਮ ਜਿਹੜਾ ਇਕੱਠਿਆਂ ਚੱਲਦਾ ਸੀਗਾ ਉਹ ਫਿਰ ਡਿਸਟਰਬ ਹੋ ਗਿਆ, ਏਦਾਂ ਅੱਗੇ ਪਿੱਛੇ ਹੋ ਗਿਆ।
ਉਹ ਤੋਂ ਬਾਅਦ ਦੇ ਵਿੱਚ ਇਹ ਹੋਇਆ ਕਿ ਮੇਰੇ ਖਿਆਲ ਦੇ ਵਿੱਚ ਰਾਜੀਵ ਗਾਂਧੀ ਜੀ ਆਏ, ਫਿਰ 84 ਦੇ ਵਿੱਚ ਇੰਦਰਾ ਗਾਂਧੀ ਦੀ ਮੌਤ ਹੋ ਗਈ। ਉਹ ਤੋਂ ਬਾਅਦ ਦੇ ਵਿੱਚ ਮਤਲਬ ਜਦੋਂ ਸਟੇਟਾਂ ਇੱਕ ਵਾਰ ਤੋੜੀਆਂ ਗਈਆਂ ਤਾਂ ਆਂਧਰਾ ਦੇ ਐਸਆਰ ਬੰਬਈ ਸੀਗੇ ਆਪਣੇ, ਉਹ ਉਹਨਾਂ ਦੀ ਜਦੋਂ ਗਵਰਨਮੈਂਟ ਤੋੜੀ ਗਈ ਤਾਂ ਉਹ ਸੁਪਰੀਮ ਕੋਰਟ ਦੇ ਵਿੱਚ ਗਏ। ਸੁਪਰੀਮ ਕੋਰਟ ਦੇ ਵੱਡੇ ਬੈਂਚ ਨੇ ਇੱਕ ਬੰਬਈ ਜੱਜਮੈਂਟ ਦੇ ਨਾਂ ਨਾਲ ਜਾਣੀ ਜਾਂਦੀ ਹੈ ਕਿ 356 ਧਾਰਾ ਹੈ ਜਿਹੜੀ ਕੇਂਦਰ ਵੱਲੋਂ ਕਨਸਟੀਟਿਊਸ਼ਨਲ ਕ੍ਰਾਈਸਿਸ ਕਹਿ ਕੇ ਕਿਸੇ ਸਟੇਟ ਗਵਰਨਮੈਂਟ ਨੂੰ ਤੋੜਨ ਦੀ, ਉਹਦੇ ਤੇ ਬਹੁਤ ਸਾਰੀਆਂ ਪਾਬੰਦੀਆਂ ਲੱਗ ਗਈਆਂ। ਉਹ ਤੋਂ ਬਾਅਦ ਫਿਰ ਕਰਨਾਟਕਾ ਦੇ ਸੀਗੇ, ਕਰਨਾਟਕਾ ਦੀ ਸੌਰੀ, ਉਦੋਂ ਬਾਅਦ ਕਰਨਾਟਕਾ ਦੇ ਸੀਐਮ ਐਸਆਰ ਬੰਬਈ, ਐਸਆਰ ਬੰਬਈ। ਉਹ ਤੋਂ ਬਾਅਦ ਦੇ ਵਿੱਚ ਫਿਰ ਬਹੁਤ ਸਾਰਾ ਮਤਲਬ ਇਹ ਠੱਲ ਪੈ ਗਈ ਇਸ ਗੱਲ ਨੂੰ 356 ਦੀ ਦੁਰਵਰਤੋਂ ਨੂੰ। ਪਰ ਹੁਣ ਜਦੋਂ 2014 ਦੇ ਵਿੱਚ ਜਦੋਂ ਬੀਜੇਪੀ ਆਈ ਹੈ, ਉਹਨਾਂ ਦਾ ਆਪਣਾ ਏਜੰਡਾ ਵੀ ਹੈ। ਉਹ ਕਹਿੰਦੇ ਵੀ ਰਹੇ ਨੇ ਕਿ ਅਸੀਂ ਏਕੀਕਰਨ ਦਾ ਏਜੰਡਾ ਹੈ, ਵੀ ਇੱਕੋ ਹੀ ਦੇਸ਼, ਇੱਕੋ ਹੀ ਭਾਸ਼ਾ, ਇੱਕੋ ਹੀ ਇਲੈਕਸ਼ਨ, ਇੱਕੋ ਹੀ ਸਭ ਕੁਝ ਮਤਲਬ ਉਹ ਕਰਦੇ ਆ ਰਹੇ ਨੇ। ਉਹਨਾਂ ਨੇ ਕੀ ਕਰਿਆ ਕਿ ਜਿੱਥੇ ਜਿੱਥੇ ਹਾਰੇ ਵੀ, ਅਰੁਣਾਚਲ ਪ੍ਰਦੇਸ਼ ਤੋਂ ਲੈ ਕੇ ਮਨੀਪੁਰ ਤੋਂ ਲੈ ਕੇ ਸਾਰੇ ਥਾਵਾਂ ਤੇ ਜਿੱਥੇ ਗੌਰਮੈਂਟਾਂ ਉਹਨਾਂ ਦੇ, ਜਿਵੇਂ ਮਹਾਰਾਸ਼ਟਰ ਦੇ ਵਿੱਚ ਉਹਨਾਂ ਦੇ ਉਲਟ ਵੀ ਜਿਹੜੀਆਂ ਬਣੀਆਂ, ਤਾਂ ਐਮਐਲਏ ਖਰੀਦ ਪੱਟ ਥਲ ਕਰ 356 ਤਾਂ ਨਹੀਂ ਲਾਈ, ਪਰ ਸਰਕਾਰਾਂ ਜੋੜ ਤੋੜ ਕਰਕੇ ਆਪਣੀਆਂ ਬਣਾ ਲਈਆਂ ਜਾਂ ਦੂਜਿਆਂ ਦੀਆਂ ਗਿਰਾਤੀਆਂ, ਇੱਕ ਹਿਸਾਬ ਦੇ ਨਾਲ ਕਹਿ ਲਓ। ਸੋ ਇਹ ਅਜੇ ਵੀ ਸਿਲਸਿਲਾ ਚੱਲ ਰਿਹਾ ਹੈ। ਮਤਲਬ ਆਪਣੀ ਪੰਜਾਬ ਗਵਰਨਮੈਂਟ ਪਿੱਟਦੀ ਰਹੀ ਹੈ ਕਿ ਸਾਨੂੰ ਵੀ ਲੋਟਸ ਆਪਰੇਸ਼ਨ ਉਹਨੂੰ ਕਿਹਾ ਜਾਂਦਾ ਹੈ, ਕਿ ਸਾਡੇ ਤੇ ਵੀ ਲੋਟਸ ਫਿਰ ਰਿਹਾ ਹੈ। ਤੇ ਮਤਲਬ ਸਾਰੀਆਂ ਸਰਕਾਰਾਂ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਦੀਆਂ ਨੇ ਜਾਂ ਤਾਂ ਉਹਨਾਂ ਦੇ ਨਾਲ ਨੇ, ਜਿਸ ਤਰ੍ਹਾਂ ਬੀਜੂ ਆਪਣੇ ਬੀਜੂ ਜਨਤਾ ਦਲ ਵਾਲੇ ਹੈਗੇ ਨੇ ਉੜੀਸਾ ਦੇ ਵਿੱਚ, ਜਿਹੜੇ ਤਾਂ ਐਨਡੀਏ ਦਾ ਪਾਰਟ ਨੇ, ਉਹ ਤਾਂ ਸੇਫ ਨੇ। ਦੂਜਿਆਂ ਦੇ ਲਈ ਕੋਈ ਨਾ ਕੋਈ ਸੰਕਟ ਖਤਰਾ ਖੜਾ ਹੋਇਆ ਰਹਿੰਦਾ ਹੈ। ਇਹ ਵੀ ਚਰਚਾ ਆਪਾਂ 6 ਮਹੀਨੇ ਪਹਿਲਾਂ ਕਰੀ ਸੀਗੀ, ਬੜੀ ਡਿਟੇਲ ਦੇ ਵਿੱਚ ਮੈਨੂੰ ਯਾਦ ਹੈ, ਵਿਸਤਾਰ 'ਚ ਆਪਾਂ ਦੱਸਿਆ ਸੀ ਵੀ ਇਹਦੇ ਫਾਇਦੇ ਨੁਕਸਾਨ ਕੀ ਨੇ ਅਸਲ ਦੇ ਵਿੱਚ, ਔਰ ਇਹ ਏਜੰਡਾ ਲਾਗੂ ਇਸ ਤੇ ਆਉਣ ਤੋਂ ਪਹਿਲਾਂ ਮੈਂ ਥੋੜਾ ਜਿਹਾ ਇਹਦੇ ਫਾਇਦੇ ਨੁਕਸਾਨ ਜਿਹੜੇ ਆ ਉਹ ਵਨ ਦੇਸ਼ ਵਨ ਇਲੈਕਸ਼ਨ ਦੇ ਜਿਹੜੇ ਇਹ ਫਾਇਦੇ ਨੁਕਸਾਨ, ਇਹ ਤੇ ਮੈਂ ਬਾਅਦ ਚ ਆਉਣਾ। ਪਰ ਪਹਿਲਾਂ ਤੁਸੀਂ ਦੱਸੋ ਕਿ ਮੋਦੀ ਕੋਲ ਵਾਕਈ ਅਧਿਕਾਰ ਹੈ ਕਿ ਵਾਕਈ ਇਹ ਬਿੱਲ ਲਿਆ ਕੇ ਪਾਸ ਕੀਤਾ ਜਾ ਸਕਦਾ ਹੈ? ਦੇਖੋ ਜੀ, 18 ਤੋਂ 22 ਸਤੰਬਰ ਤੱਕ ਉਹਨਾਂ ਨੇ ਸਪੈਸ਼ਲ ਸੈਸ਼ਨ ਸੱਦਿਆ, ਜਿਹਦੇ ਵਿੱਚ ਜੋ ਇਨਫੋਰਮੇਸ਼ਨ ਨਿਕਲ ਕੇ ਆ ਰਹੀ ਹੈ ਕਿ ਵਨ ਨੇਸ਼ਨ ਵਨ ਇਲੈਕਸ਼ਨ, ਔਰਤਾਂ ਦੇ ਰਿਜ਼ਰਵੇਸ਼ਨ ਦਾ, ਤੇ ਹੋਰ ਕਾਫੀ ਇੰਪੋਰਟੈਂਟ ਜਿਹੜੇ ਬਿੱਲ ਨੇ ਸੀਏਏ ਸਿਟੀਜ਼ਨਸ਼ਿਪ ਦੇ ਨਾਲ ਰਿਲੇਟਡ, ਉਹ ਲੈ ਕੇ ਆ ਰਹੇ ਨੇ ਉਸ ਤਰੀਕੇ ਦੇ ਨਾਲ। ਮਤਲਬ ਇਹ ਬੀਜੇਪੀ ਦਾ ਮੇਰਾ ਖਿਆਲ ਹੈ ਉਹ ਇਹਨੂੰ ਇੱਕ ਫਾਈਨਲ ਬੈਟਲ ਆਪਣੀ ਸਮਝ ਰਹੇ ਨੇ। ਜੋ ਉਹਦੇ ਏਜੰਡੇ 'ਚ ਥੋੜੇ ਬਹੁਤ ਜਿਹੜੇ ਨੁਕਤੇ ਰਹਿੰਦੇ ਸੀ, ਉਹ 18 ਤੋਂ 22 ਤੱਕ ਉਹਨਾਂ ਨੇ ਪਾਸ ਕਰ ਦੇਣੇ ਨੇ। ਮੈਜੋਰਟੀ ਉਹਨਾਂ ਕੋਲ ਹੈਗੀ ਹੈ ਇਸ ਚੀਜ਼ ਦੀ। ਦੂਜਾ ਐਸਪੈਕਟ ਇਹ ਹੈ ਕਿ ਜੋ ਸਰਵੇ ਆ ਰਹੇ ਨੇ ਉਹਦੇ 'ਚ ਇਹ ਹੈ ਕਿ ਬੀਜੇਪੀ ਦੀ ਗਵਰਨਮੈਂਟ, ਕੇਂਦਰ ਦੀ ਖਾਸ ਕਰਕੇ, ਉਹ ਸ਼ੇਕੀ ਗਰਾਊਂਡ ਤੇ ਹੈ। ਪਿਛਲੇ ਸਮੇਂ ਦੌਰਾਨ ਤੁਸੀਂ ਕਰਨਾਟਕਾ ਦੇ ਵਿੱਚ ਦੇਖਿਆ, ਕਈ ਸਟੇਟਾਂ ਦੇ ਵਿੱਚ ਕਾਂਗਰਸ ਹੀ ਜਿੱਤੀ ਹੈ, ਹਿਮਾਚਲ ਦੇ ਵਿੱਚ ਆਪਣੇ ਸਾਹਮਣੇ ਨੇ ਚੀਜ਼ਾਂ। ਮਤਲਬ ਮੋਦੀ, ਜਿਸ ਤਰ੍ਹਾਂ ਇਹ ਸੀਗਾ ਕਿ ਮੋਦੀ ਹੈ ਤਾਂ ਮੁਮਕਿਨ ਹੈ, ਸਾਰੀਆਂ ਵੋਟਾਂ ਉਹਨੂੰ ਪੈ ਜਾਂਦੀਆਂ ਸੀ। ਜਿੰਨੀਆਂ ਸਟੇਟਾਂ 'ਚ ਵੋਟਾਂ ਪਈਆਂ ਨੇ, ਬੰਗਾਲ ਤੋਂ ਲੈ ਕੇ, ਜਿੱਥੇ ਉਹਨੇ ਪੂਰੀ ਕਨਵੈਸਿੰਗ ਤਨਦੇਹੀ ਦੇ ਨਾਲ ਕਰੀ ਹੈ, ਉੱਥੇ ਵੀ ਬੀਜੇਪੀ ਹਾਰੀ ਹੈ। ਸੋ ਇਸ ਕਰਕੇ ਇਹ ਗੱਲ ਬਿਲਕੁਲ ਕਲੀਅਰ ਹੈ ਕਿ ਉਹ ਇਹਨੂੰ ਫਾਈਨਲ ਬੈਟਲ ਦੇ ਤੌਰ ਤੇ ਲੈ ਰਹੇ ਨੇ। ਇਸ ਕਰਕੇ ਆਪਣੇ ਏਜੰਡੇ ਦੇ ਸਾਰੇ ਨੁਕਤੇ ਪਾਸ ਕਰਕੇ ਇਹ ਕਾਫੀ ਪੋਸੀਬਿਲਿਟੀ ਹੈ ਕਿ ਉਹ ਪ੍ਰੀਪੋਨ ਕਰਕੇ ਦਸੰਬਰ 'ਚ ਕਰਾ ਦੇਣ। ਹਾਲਾਂਕਿ ਜੇ ਕਲੀਅਰ ਨਹੀਂ ਹੈ, ਬੀਜੇਪੀ ਦੇ ਵਿੱਚ ਵੀ ਬਹੁਤ ਸਾਰੇ ਲੋਕ ਐਸੇ ਹੈਗੇ ਜਿਹੜੇ ਸਮਝਦੇ ਨੇ ਕਿ ਟਾਈਮ ਸਿਰ ਹੀ ਕਰਾਈਆਂ ਜਾਣ, ਉਹ ਫਾਇਦਾ ਹੈ। ਪਰ ਐਂਟੀ ਇਨਕੰਬੈਂਸੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਅਡਾਨੀ ਨਾਲ ਉਹਨਾਂ ਦੇ ਰਿਸ਼ਤੇ ਇਹ ਵੀ ਹੈ ਨਾ ਕਿ ਜਿਹੜਾ ਇੰਡੀਆ ਗੱਠਜੋੜ ਬਣ ਰਿਹਾ ਹੈ, ਉਹ ਹਲੇ ਤਾਜ਼ਾ ਹੀ ਹੈ। ਉਹ ਹਲੇ ਕੋਈ ਰੂਪ ਰੇਖਾ ਜਿਹੜੀ ਉਹ ਬਣਾ ਨਹੀਂ ਸਕਿਆ। ਉਹ ਕਹਿੰਦੇ ਕਿ ਇਹ ਵੀ ਹੋ ਸਕਦਾ ਹੈ ਕਿ ਦਸੰਬਰ ਤੱਕ ਇਹਨੂੰ ਸੰਭਲਣ ਦਾ ਮੌਕਾ ਇਹਨਾਂ ਦਿੱਤਾ ਜਾਵੇ, ਇਹਨਾਂ ਨੂੰ ਸੈੱਟ ਹੋਣ ਦਾ ਜਿਹੜਾ ਉਹ ਮੌਕਾ ਇਹਨਾਂ ਦਿੱਤਾ ਜਾਵੇ। ਇਸ ਕਰਕੇ ਦਸੰਬਰ ਦੇ ਵਿੱਚ ਹੀ ਜਿਹੜੀਆਂ ਉਹ ਚੋਣਾਂ ਕਰਵਾ ਲਈਆਂ ਜਾਣ। ਔਰ ਜਿਹੜੇ ਮਮਤਾ ਬੈਨਰਜੀ ਹੈ ਔਰ ਉਧਰ ਸ਼ਰਦ ਪਵਾਰ ਨੇ, ਉਹ ਕਹਿੰਦੇ ਕਿ ਦਸੰਬਰ ਦੇ ਵਿੱਚ ਹੀ ਚੋਣਾਂ ਕਰਵਾ ਲੈਣਗੇ ਮੋਦੀ, ਕਿਉਂਕਿ ਕਹਿੰਦੇ ਕਿ ਦਸੰਬਰ ਦੇ ਵਿੱਚ ਸਾਰੀਆਂ ਹੈਲੀਕਾਪਟਰ ਦੀਆਂ ਜਿਹੜੀਆਂ ਕੰਪਨੀਆਂ ਨੇ, ਉਹਨਾਂ ਤੋਂ ਹੈਲੀਕਾਪਟਰ ਕਿਰਾਏ ਦੇ ਲਈ ਬੁੱਕ ਕਰਵਾ ਲਏ ਗਿਆ, ਸਾਰੇ ਦੇ ਸਾਰੇ, ਕੋਈ ਗੱਲ ਹੀ ਨਹੀਂ ਛੱਡਿਆ ਗਿਆ ਆਪਣੇ ਲਈ। ਔਰ ਤਾਂ ਜੋ ਵਿਰੋਧੀ ਜਿਹੜੇ ਉਹਦੇ ਦੀ ਵਰਤੋਂ ਨਾ ਕਰ ਸਕਣ ਔਰ ਇਹ ਵਰਤੋਂ ਕਰ ਸਕਣ। ਅਜਿਹੇ ਵੀ ਜਿਹੜੇ ਕਿਆਸ ਲਗਾਏ ਜਾ ਰਹੇ ਆ। ਡਾਕਟਰ ਸਾਹਿਬ, ਕੀ ਲੱਗਦਾ ਕਿ ਇੱਕ ਪਾਸੇ ਇੰਡੀਆ ਨੂੰ ਸੈੱਟ ਹੋਣ ਦਾ ਮੌਕਾ ਨਾ ਮਿਲੇ, ਇਸ ਕਰਕੇ ਵੀ ਜਲਦ ਤੋਂ ਜਲਦ ਚੋਣਾਂ ਦਸੰਬਰ ਦੇ ਵਿੱਚ ਹੋ ਸਕਦੀਆਂ ਨੇ? ਬਿਲਕੁਲ ਬਿਲਕੁਲ ਬਿਲਕੁਲ। ਦੇਖੋ, ਗੱਲ ਇਹ ਹੈ ਕਿ ਪੈਨਿਕ ਤਾਂ ਹੈ। ਜਦ ਦਾ ਇਹ ਇੰਡੀਆ ਫਰੰਟ ਬਣਿਆ ਹੈ, ਮੋਦੀ ਸਰਕਾਰ ਦੇ ਅੰਦਰ ਪੈਨਿਕ ਹੈ। ਔਰ ਬਹੁਤ ਸਾਰੇ ਜਿਹੜੇ ਨਿਊਜ਼ ਚੈਨਲ ਨੇ, ਜਿਹੜੇ ਬਹੁਤ ਕੱਟੜਗੋਦੀ ਮੀਡੀਆ ਵਾਲੇ ਸੀ, ਉਹਨਾਂ ਦੇ ਵੀ ਕਈਆਂ ਦੇ ਰੰਗ ਰੂਪ ਬਦਲਦੇ ਨਜ਼ਰ ਆ ਰਹੇ ਨੇ। ਤੇ ਖਬਰਾਂ ਇੰਟਰਨੈਸ਼ਨਲੀ ਹੋਰ ਬਦਨਾਮੀ ਵਾਲੀਆਂ ਵੀ ਸ਼ੁਰੂ ਹੋ ਗਈਆਂ ਨੇ ਬਹੁਤ ਸਾਰੀਆਂ।
ਈਵਨ ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਉਹਦਾ ਆਈਟੀ ਸੈੱਲ ਸੀ ਉਹਨਾਂ ਇਫੈਕਟਿਵ ਸਾਬਤ ਨਹੀਂ ਹੋ ਰਿਹਾ। ਇਹ ਮਮਤਾ ਬੈਨਰਜੀ ਤੇ ਪਵਾਰ ਸਾਹਿਬ ਦੇ ਰੈਫਰੈਂਸ ਨਾਲ ਖਬਰਾਂ ਆਈਆਂ ਨੇ ਕਿ ਜੀ ਉਹਨਾਂ ਨੇ ਹੈਲੀਕਾਪਟਰ ਕੰਪਨੀਆਂ ਨੂੰ ਸਾਰੀਆਂ ਨੂੰ ਆਦੇਸ਼ ਕਰਤੇ ਨੇ ਤੇ ਬੁੱਕ ਕਰ ਲਏ ਨੇ ਉਹਨਾਂ ਨੇ। ਪਰ ਇਹ ਹੈ ਕਿ ਜਿਹੜੇ ਪਿੱਛੇ ਫੰਡਿੰਗ ਵਾਲੇ ਜਾਂ ਹੋਰ ਜਿਹੜਾ ਸਿਸਟਮ ਹੁੰਦਾ ਹੈ, ਉਹ ਇਹ ਠੀਕ ਹੈ ਕਿ ਇੰਡੀਆ ਨੂੰ ਸੰਭਲਣ ਦੀ ਕੋਈ ਗੱਲ ਨਹੀਂ, ਉਹਨਾਂ ਨੇ ਕੀ ਸੰਭਲਣਾ, ਉਹ ਤਾਂ ਆਪੋਜੀਸ਼ਨ 'ਚ ਨੇ, ਉਹਨਾਂ ਨੇ 3 ਮੀਟਿੰਗਾਂ ਕਰ ਲਈਆਂ ਨੇ ਤੇ ਉਹ ਜਿੰਨਾ ਸਾਰਾ ਈਡੀ ਸੀਬੀਆਈ ਸਾਰਾ ਕੁਝ ਵਰਤਣ ਦੇ ਬਾਵਜੂਦ ਵੀ ਉਹ ਬਣ ਗਿਆ ਫਰੰਟ। ਸੋ ਉਹਦਾ ਕੁਝ ਨਹੀਂ ਕਰ ਸਕਦੇ, ਜਿੰਨਾ ਉਹਨਾਂ ਦੇ ਉੱਪਰ ਇਹ ਧੱਕਾ ਧੁੱਕਾ ਕਰਨਗੇ ਉਹ ਤਾਂ ਉਲਟਾ ਹੀ ਪਊਗਾ। ਪਰ ਗੱਲ ਇਹ ਹੈ ਵੀ ਪੈਨਿਕ ਜ਼ਰੂਰ ਹੈ, ਉਸ ਪੈਨਿਕ ਦੇ ਵਿੱਚੋਂ ਮੇਰਾ ਖਿਆਲ ਹੈ ਫੈਸਲਾ ਹੋਇਆ ਲੱਗਦਾ ਹੈ। ਜੇ ਦਸੰਬਰ 'ਚ ਕਰਦੇ ਨੇ ਤਾਂ ਉਹਦੀਆਂ ਆਪਣੀਆਂ ਇੰਪਲੀਕੇਸ਼ਨਸ ਹੈਗੀਆਂ ਨੇ, ਜਿਹੜਾ ਤੁਸੀਂ ਵੀ ਜ਼ਿਕਰ ਕੀਤਾ ਹੈ ਯਾਨੀ ਕਰ ਸਕਦੇ ਆ, ਕਰ ਸਕਦੇ ਜੀ, ਕਰ ਸਕਦੇ, ਬਿਲਕੁਲ ਕਰ ਸਕਦੇ ਨੇ। ਉਹਨਾਂ ਕੋਲ ਜੇ ਦੇ ਆਏ ਤਾਂ ਫਿਰ ਪਾਸ ਤਾਂ ਜਿਹੜਾ ਉਹ ਹੋ ਹੀ ਜਾਣਾ ਜੀ। ਇਹਨੂੰ ਕਿਉਂਕਿ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਬਹੁਮਤ ਹੈ ਉਹਨਾਂ ਕੋਲ। ਇਹਨੂੰ ਅਫਵਾਹ ਨਹੀਂ ਸਮਝਣਾ ਚਾਹੀਦਾ, ਇਹ ਸੀਰੀਅਸ ਖਬਰ ਹੈ। ਪਰ ਮੇਰੇ ਖਿਆਲ ਦੇ ਵਿੱਚ ਇਹ ਡਿਸੀਜਨ ਲਿਆ ਜਾ ਚੁੱਕਿਆ ਹੈ, ਕਿਉਂਕਿ ਏਜੰਡਾ ਪਾਸ ਹੋ ਗਿਆ ਤੇ ਉਹਨਾਂ ਨੇ ਉੱਥੇ ਰੱਖ ਲਿਆ ਕਿ 18 ਤੋਂ 22 ਤੱਕ ਉਹਨਾਂ ਨੇ ਸਪੈਸ਼ਲ ਸੈਸ਼ਨ ਸੱਦਣਾ ਹੈ। ਓਪੋਜੀਸ਼ਨ ਨੂੰ ਤਾਂ ਵੜਨੇ ਨਹੀਂ ਦੇਣਾ, ਬੜੀ ਵੀ ਤਾਂ ਨਾਰੇ ਮਾਰ ਕੇ ਨਿਕਲ ਆਉਣਗੇ, ਕੋਈ ਫਲਾਈਂਗ ਕਿਸ ਤੇ ਰੌਲਾ ਪੈ ਜਾਊਗਾ, ਇਦਾਂ ਦਾ ਕਰ ਕਰਾ ਕੇ ਉਹਨਾਂ ਨੂੰ ਕੱਢ ਦੇਣਗੇ। ਸੋ ਇਹ ਫੋਰਗੋਨ ਕਨਕਲੂਜਨ ਹੈ ਕਿ ਇਹ ਫੈਸਲਾ ਤਾਂ ਹੋ ਜਾਊਗਾ, ਪਰ ਇਹ ਸੋਚਣ ਵਾਲੀ ਗੱਲ ਹੋਊਗੀ ਕਿ ਕੀ ਜੇ ਫੈਸਲਾ ਹੋ ਜਾਂਦਾ ਵਨ ਨੇਸ਼ਨ ਵਨ ਇਲੈਕਸ਼ਨ ਦਾ, ਕੀ ਦਸੰਬਰ 'ਚ ਹੀ ਕਰਾਈ ਜਾਣਗੀਆਂ? ਇਹ ਹੈਲੀਕਾਪਟਰਾਂ ਤੋਂ ਜਾਂ ਉਹਨਾਂ ਤੋਂ ਤਾਂ ਲੱਗਦੀ ਹੈ ਇਹ ਗੱਲ, ਪਰ ਇਹ ਵੀ ਸੌਖਾ ਕੰਮ ਨਹੀਂ ਹੈ। ਇਹ ਵੀ ਇੱਕ ਵੱਡੀ ਗੱਲ। ਹਾਂ ਚਲੋ, ਇਹ ਤਾਂ ਜ਼ਰੂਰ ਕਿਆਸਾਂ ਰਹੀਆਂ ਨੇ ਕਿ ਦਸੰਬਰ ਦੇ ਵਿੱਚ ਹੀ 23 ਦੇ ਵਿੱਚ ਹੀ ਚੋਣਾਂ ਜਿਹੜੀਆਂ ਹੋ ਸਕਦੀਆਂ ਨੇ। ਪਰ ਚਲੋ ਜੇ ਇਹ ਬਿੱਲ ਆ ਵੀ ਜਾਂਦਾ ਜਾਂ ਨਹੀਂ, ਉਹ ਗੱਲ ਵੱਖਰੀ ਹੈ। ਇਹਦੇ ਕੀ ਫਾਇਦੇ ਔਰ ਕੀ ਨੁਕਸਾਨ ਹੋ ਸਕਦੇ ਆ ਡਾਕਟਰ ਸਾਹਿਬ? ਕਿਉਂਕਿ ਬਹੁਤ ਸਾਰੇ ਲੋਕ ਕਹਿੰਦੇ ਆ, ਕਿਉਂਕਿ ਸੁਭਾਵਿਕ ਹੈ ਕਿ ਜੇਕਰ ਸਰਕਾਰ ਜਿਹੜੀ ਹੈ ਉਹ ਲੈ ਕੇ ਆਊਗੀ ਇਹ ਬਿੱਲ, ਤਾਂ ਇਹਦੇ ਫਾਇਦੇ ਦੱਸ ਕੇ ਲੈ ਕੇ ਆਊਗੀ। ਕਿ ਮੋਦੀ ਜਿਸ ਤਰੀਕੇ ਨਾਲ ਲੋਕ ਸਭਾ ਦੇ ਵਿੱਚ ਖੜ ਕੇ ਬੋਲਦੇ ਆ, ਕਹਿੰਦੇ ਕਿ ਭਾਈ ਇਹਦੇ ਬਹੁਤ ਫਾਇਦੇ ਆ, ਕਿ ਇੱਕ ਸਿਰਫ ਜਿਹੜਾ ਚੋਣਾਂ ਦਾ ਉਤਸਵ ਹੈ ਉਹ 1 ਮਹੀਨਾ ਹੀ ਚੱਲੇ, ਬਾਕੀ 5 ਸਾਲ ਜਿਹੜੇ ਆ ਉਹ ਲੀਡਰ ਕੰਮਕਾਜ ਆਪਦਾ ਕਰਨ। ਨਹੀਂ ਤਾਂ ਕਹਿੰਦੇ ਕੁਝ ਮਹੀਨਿਆਂ ਬਾਅਦ ਕੁਝ ਜਿਹੜਾ ਉਹਦੇ ਬਾਅਦ ਚੋਣਾਂ ਦਾ ਮੌਸਮ ਜਿਹੜਾ ਉਹ ਚੱਲਦਾ ਰਹਿੰਦਾ ਹੈ, ਕੰਮ ਜਿਹੜੇ ਉਹ ਖੜੇ ਰਹਿੰਦੇ ਆ, ਕਿਤੇ ਕਿਹੜੇ ਸੂਬੇ 'ਚ ਚੋਣ, ਕਿਤੇ ਕਿਹੜੇ ਸੂਬੇ 'ਚ ਚੋਣ। ਇੱਕ ਸੂਬੇ ਦੇ ਵਿੱਚ ਹੀ ਚੋਣਾਂ 3 ਵਾਰੀ ਜਿਹੜੀਆਂ ਉਹ ਆ ਜਾਂਦੀਆਂ ਨੇ, 4 ਵਾਰੀ ਆ ਜਾਂਦੀਆਂ ਨੇ, ਕਿਉਂਕਿ ਨਗਰ ਨਿਗਮ ਦੀਆਂ ਆ ਗਈਆਂ, ਬਲਾਕ ਸੰਮਤੀ ਦੀਆਂ ਆ ਗਈਆਂ, ਪੰਚਾਇਤੀ ਆ ਗਈਆਂ, ਵਿਧਾਨ ਸਭਾ ਆ ਗਈਆਂ, ਲੋਕ ਸਭਾ ਆ ਗਈਆਂ। ਉਹ ਕਹਿੰਦੇ ਕਿ ਇਕੱਠਿਆਂ ਹੋਣ ਦੇ ਨਾਲ ਜਿਹੜਾ ਬੜਾ ਪ੍ਰਭਾਵ ਪੈਂਦਾ ਹੈ ਔਰ ਖਰਚੇ ਵੀ ਬੜੇ ਹੁੰਦੇ ਆ, ਜਾਂ ਹੋਰ ਬੜਾ ਕੁਝ ਉਹ ਗਿਣਾਉਣਗੇ। ਇਹ ਤਾਂ ਫਾਇਦੇ ਹੋ ਗਏ, ਨਾ ਕੀ ਹੋ ਗਏ? ਕੀ ਮੰਨਦੇ ਹੋ ਫਾਇਦੇ ਨੁਕਸਾਨ ਇਹਦੇ? ਦੇਖੋ ਸੁਖਵਿੰਦਰ ਜੀ, ਇਹ ਹੈ ਕਿ 2-3 ਆਸਪੈਕਟ ਨੇ ਦੇਖਣ ਵਾਲੇ, ਫਾਇਦੇ ਵੀ ਹੈਗੇ ਨੁਕਸਾਨ ਵੀ ਹੈਗੇ। ਆਪਾਂ ਦੋਨੇ ਤਿੰਨਾਂ ਚੀਜ਼ਾਂ ਤੇ ਨਿਗਾਹ ਮਾਰ ਲੈਂਦੇ। ਜਿੱਦਾਂ ਐਡਮਿਨਿਸਟ੍ਰੇਟਿਵਲੀ ਦੇਖਿਆ ਜਾਵੇ ਤਾਂ ਵਾਰ-ਵਾਰ ਇਲੈਕਸ਼ਨਾਂ ਆਰਗੇਨਾਈਜ਼ ਕਰਨੀਆਂ ਕੋਈ ਫਾਇਦੇਮੰਦ ਨਹੀਂ ਹਨ। ਸਰਕਾਰ ਨੂੰ ਇੱਕੋ ਵਾਰ ਮਸ਼ੀਨਰੀ ਵਰਤਣੀ ਪੈਣੀ ਹੈ, ਇੱਕੋ ਵਾਰੀ ਸਿਕਿਉਰਿਟੀ ਫੋਰਸਿਸ ਵਰਤਣੀਆਂ ਪੈਣੀਆਂ ਨੇ। ਇਲੈਕਸ਼ਨ ਕਮਿਸ਼ਨ ਦੇ ਲਈ ਵੀ ਸੌਖਾ ਕੰਮ ਹੈ, ਪੋਲੀਟੀਕਲ ਪਾਰਟੀਆਂ ਨੂੰ ਵੀ ਸੌਖਾ ਹੈ, ਤੇ ਲੋਕਾਂ ਲਈ ਵੀ ਵਾਰ-ਵਾਰ ਇਲੈਕਸ਼ਨਾਂ 'ਚ ਤੁਰੇ ਫਿਰਨਾ। ਉਹਨਾਂ ਨੇ ਖੇਤਾਂ 'ਚ, ਮੁਲਾਜ਼ਮਾਂ ਨੇ ਆਪਣੇ ਦਫ਼ਤਰਾਂ 'ਚ ਕੰਮ ਕਰਨੇ ਹੁੰਦੇ ਨੇ। ਸੋ ਉਸ ਪੁਆਇੰਟ ਆਫ ਵਿਊ ਨਾਲ ਐਫੀਸ਼ੀਐਂਟ ਆਰਗੇਨਾਈਜੇਸ਼ਨ ਆਫ ਇਲੈਕਸ਼ਨ ਹੈ ਜਿਹੜੀ, ਉਹਦੇ ਹਿਸਾਬ ਨਾਲ ਤਾਂ ਵਨ ਨੇਸ਼ਨ ਵਨ ਮਤਲਬ ਇਲੈਕਸ਼ਨ ਯੂਜ਼ਫੁਲ ਹੈ, ਅੱਛੀ ਹੈ। ਦੂਜੀ ਚੀਜ਼ ਇਹ ਹੈ ਕਿ ਜਿਹੜੇ ਫੰਡ ਦੇਣ ਵਾਲੇ ਨੇ ਉਹਨਾਂ ਦਾ ਵੀ ਵਿਚਾਰਿਆਂ ਦਾ, ਜਿਹੜੇ ਪਿੱਛੇ ਹਾਲਾਂਕਿ ਇਨਫੋਰਮਲ ਗੱਲ ਹੁੰਦੀ ਹੈ, ਉਹਨਾਂ ਲਈ ਵੀ ਸੌਖਾ ਹੈ ਕਿ ਇੱਕ ਵਾਰੀ ਜੇਬਾਂ ਜਿਹੜੀਆਂ ਕੱਟੀਆਂ ਨੇ ਉਹ ਕਟਾ ਲੈਣਗੇ, ਵਾਰ-ਵਾਰ ਮੁਸ਼ਕਲ ਹੋ ਜਾਂਦਾ ਹੈ। ਮੀਡੀਆ ਦੇ ਲਈ ਵੀ ਸੌਖਾ ਹੈ, ਇਹ ਪੱਤਰਕਾਰ ਵਿਚਾਰੇ ਮਤਲਬ ਸਾਰਾ ਸਾਲ ਭੱਜੇ ਹੀ ਫਿਰਦੇ ਰਹਿੰਦੇ ਨੇ ਇਲੈਕਸ਼ਨਾਂ ਦੇ ਇੱਧਰ ਉੱਧਰ ਲੀਡਰਾਂ ਦੇ ਮਗਰ। ਇੱਕ ਵਾਰ ਹੀ ਮੁੱਦੇ ਤੈਅ ਹੋ ਜਾਣਗੇ, ਇੱਕ ਵਾਰ ਹੀ ਡਿਬੇਟ ਹੋਊਗੀ, ਇੱਕ ਵਾਰ ਹੀ ਕਨਵੈਸਿੰਗ ਹੋਊਗੀ। ਪਰ ਮੁੱਦੇ ਵੀ ਬਹੁਤ ਸਾਰੇ ਨਹੀਂ ਖਿਲਾਰਾ ਪਊਗਾ, ਲੋਕਲ ਮੁੱਦੇ ਜ਼ਰੂਰ ਇਗਨੋਰ ਹੋਣਗੇ, ਪਰ ਨੈਸ਼ਨਲ ਮੁੱਦੇ ਉੱਭਰਨਗੇ ਉਹਦੇ ਵਿੱਚ। ਸੋ ਇਸ ਕਰਕੇ ਇਹ ਤਾਂ ਫਾਇਦੇ ਹੀ ਫਾਇਦੇ ਨੇ। ਦੂਜੇ ਪਾਸੇ ਜਿਹੜੇ ਨੁਕਸਾਨ ਨੇ, ਨੁਕਸਾਨ ਦੇਖਣ ਵਾਲੀ ਗੱਲ ਇਹ ਹੈ ਕਿ ਅਸਲ ਦੇ ਵਿੱਚ ਕਿਸ ਪ੍ਰਸੰਗ ਦੇ ਵਿੱਚ ਇਹ ਫੈਸਲਾ ਲਿਆ ਜਾ ਰਿਹਾ ਹੈ, ਔਰ ਕਿਸ ਤਰੀਕੇ ਦੇ ਨਾਲ ਇਹਦੇ ਪਿੱਛੇ ਮਨਸ਼ਾ ਕੀ ਹੈ ਤੇ ਅੱਜ ਮੁਲਕ ਦੀ ਹਾਲਾਤ ਕੀ ਹੈ। ਉਹਦੇ ਹਿਸਾਬ ਦੇ ਨਾਲ ਜਦੋਂ ਆਪਾਂ ਦੇਖਦੇ ਹਾਂ ਕਿ ਬੀਜੇਪੀ ਦਾ ਸਾਰਾ ਏਜੰਡਾ ਬੇਸਿਕਲੀ ਯੂਨਿਟਰੀ ਜਾਂ ਏਕੀਕਰਨ ਵੱਲ ਨੂੰ ਵੱਧ ਰਿਹਾ ਹੈ, ਕਿ ਜਿੱਥੇ ਕਿਤੇ ਕੋਈ ਸੱਭਿਆਚਾਰਕ ਰੀਜਨਲ ਥੋੜੇ ਬਹੁਤ ਡਿਫਰੈਂਸ ਨੇ, ਲੈਂਗੁਏਜ ਦੇ, ਕਲਚਰ ਦੇ, ਧਰਮ ਦੇ, ਉਹ ਮਿਟਾ ਦਿੱਤੇ ਜਾਣਗੇ। ਰੀਜਨਲ ਲੀਡਰਸ਼ਿਪ ਹੈ ਜਿਹੜੀ, ਉਹਦੇ ਲਈ ਇਹ ਰੀਜਨਲ ਪਾਰਟੀਆਂ ਦੇ ਲਈ ਔਖਾ ਕੰਮ ਹੋਊਗਾ ਇੱਕ ਹਿਸਾਬ ਦੇ ਨਾਲ। ਦੂਜੀ ਚੀਜ਼ ਇਹ ਹੈ ਕਿ ਜਿਹੜੀਆਂ ਇਲੈਕਸ਼ਨਾਂ ਹੁਣੇ ਹੀ ਹੋ ਕੇ ਹਟੀਆਂ ਨੇ, ਪੰਜਾਬ ਦੀ ਗੌਰਮੈਂਟ ਹੈ, 1.5 ਸਾਲ ਵੀ ਨਹੀਂ ਅਜੇ ਹੋਇਆ ਲਗਭਗ। ਸੋ ਇਹ ਗੌਰਮੈਂਟਾਂ ਗਿਰ ਜਾਣਗੀਆਂ ਜੇ ਇਕੱਠੀਆਂ ਕਰਾਉਂਦੇ ਆ ਤਾਂ ਨੇਚਰਲੀ ਮੇਰਾ ਖਿਆਲ ਹੈ ਸਭ ਤੋਂ ਵੱਡਾ ਨੁਕਸਾਨ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਹੋਊਗਾ, ਕਿ ਦਿੱਲੀ ਦੇ ਵਿੱਚ ਤੇ ਪੰਜਾਬ ਦੇ ਵਿੱਚ ਇਲੈਕਸ਼ਨ ਉਹਨਾਂ ਦੀਆਂ ਗੌਰਮੈਂਟਾਂ ਨੇ ਜਿਹੜੀਆਂ, ਉਹਨਾਂ ਨੂੰ ਮਤਲਬ ਪਾਰਲੀਮੈਂਟ ਦੀ ਵੀ ਲੜਨੀ ਪਊ, ਨਵੀਂ ਪਾਰਟੀ ਆ ਉਹ ਹਿਸਾਬ ਦੇ ਨਾਲ।
ਸੋ ਇੱਕ ਇਹ ਹੈ ਕਿ ਜਿਹੜਾ ਬਹੁਤ ਸਾਰਾ ਲੈਣ ਦੇਣ, ਇੱਧਰੋਂ ਕੈਂਡੀਡੇਟ ਉੱਧਰ ਚਲੇ ਗਏ, ਉੱਧਰੋਂ ਇੱਧਰ ਚਲੇ ਗਏ, ਉਹਦਾ ਵੀ ਮੇਰਾ ਖਿਆਲ ਹੈ ਵੀ ਜਿਹੜੀ ਕੇਂਦਰੀ ਪਾਰਟੀ ਨੂੰ ਜ਼ਿਆਦਾ ਫਾਇਦਾ ਹੁੰਦਾ ਹੈ ਕਿ ਜਿਨ੍ਹਾਂ ਨੇ ਡਿਫੈਕਟ ਕਰਨਾ ਹੈ, ਜਿਹੜੇ ਇੰਡੀਪੈਂਡੈਂਟ ਖੜੇ ਹੁੰਦੇ ਨੇ, ਜਿਨ੍ਹਾਂ ਨੂੰ ਵੋਟਾਂ ਨਹੀਂ ਮਿਲਣੀਆਂ, ਇਹ ਸਾਰਾ ਪ੍ਰੋਗਰਾਮ ਹੈ ਜਿਹੜਾ ਅਸਲ ਦੇ ਵਿੱਚ ਜਿਹੜੀ ਮੈਸ ਤੋਂ ਜਿਹੜੇ ਫਾਇਦਾ ਉਠਾਉਂਦੇ ਨੇ, ਇੱਕ ਤਾਂ ਉਹਨਾਂ ਦਾ ਨੁਕਸਾਨ ਹੋਊਗਾ। ਰੀਜਨਲਿਜ਼ਮ ਜਿਹੜਾ ਹੈ ਮਾੜਾ ਮੋਟਾ, ਜਾਂ ਇੰਡੀਪੈਂਡੈਂਟ ਫੈਡਰਲਿਜ਼ਮ ਹੈ, ਉਹਦੇ ਪੁਆਇੰਟ ਆਫ ਵਿਊ ਨਾਲ ਥੋੜਾ ਜਿਹਾ ਮਤਲਬ ਮੈਂ ਸਮਝਦਾ ਵੀ ਸਿਆਸੀ ਵੀ ਤੇ ਪ੍ਰਸ਼ਾਸਨਿਕ ਵੀ ਨੁਕਸਾਨ ਨੇ। ਤੇ ਜਿਹੜੇ ਫੰਡ ਦੇਣ ਵਾਲੇ ਨੇ ਉਹਨਾਂ ਨੂੰ ਵੀ ਥੋੜਾ ਜਿਹਾ ਮੇਰਾ ਖਿਆਲ ਹੈ ਇਹ ਵੀ ਇਕੱਠੀ ਹੋਣ ਚ ਰਿਲੀਫ ਹੈ। ਬਾਰ-ਬਾਰ ਫੰਡ ਦੇਣਾ ਵੀ ਔਖਾ ਹੀ ਕੰਮ ਹੁੰਦਾ, ਪਰ ਮੁੱਦੇ ਜਿਹੜੇ ਉੱਠਦੇ ਨੇ, ਮੁੱਦੇ ਆਮ ਤੌਰ ਤੇ ਲੋਕਲ ਮੁੱਦੇ ਨੇ ਜਿਹੜੇ, ਉਹ ਵਿਧਾਨ ਸਭਾ ਦੀਆਂ ਜਾਂ ਮਿਊਨਿਸਪਲ ਕਮੇਟੀ ਦੀਆਂ ਜਾਂ ਉਹਨਾਂ 'ਚ ਜ਼ਿਆਦਾ ਡੋਮੀਨੇਟ ਕਰਦੇ ਨੇ। ਜਦੋਂ ਨੈਸ਼ਨਲ ਇਲੈਕਸ਼ਨ ਇਕੱਠੀ ਹੋਊਗੀ ਉਹਦੇ 'ਚੋਂ ਮੁੱਦੇ ਲੋਕਲ ਰੁਲ ਜਾਣਗੇ ਕਾਫੀ ਹੱਦ ਤੱਕ। ਪਰ ਜਿਹੜਾ ਪ੍ਰਸੰਗ ਹੈ, ਜਿਹੜਾ ਅਸਲੀ ਗੱਲ ਹੈ ਜਿਹੜੀ ਕਰਨ ਵਾਲੀ ਇਹਦੇ ਵਿੱਚ, ਉਹ ਇਹ ਹੈ ਕਿ ਇੰਡੀਆ ਦੇ ਵਿੱਚ ਹੌਲੀ-ਹੌਲੀ ਡੈਮੋਕ੍ਰੇਸੀ ਦੇ ਨਾਂ ਹੇਠ ਹੀ ਡੈਮੋਕ੍ਰੇਸੀ ਖਤਮ ਹੋ ਚੁੱਕੀ ਹੈ। ਬਿਲਕੁਲ ਅਥਾਰਟੇਰੀਅਨ ਰੂਲ ਆ ਚੁੱਕਿਆ ਹੈ। ਇਹ ਜਿਹੜੀ ਲੜਾਈ ਹੋ ਰਹੀ ਹੈ, ਇੰਡੀਆ ਦਾ ਫਰੰਟ ਹੈ ਤੇ ਐਨਡੀਏ ਹੈ, ਇਹ ਲੜਾਈ ਅਸਲ ਦੇ ਵਿੱਚ ਇੰਡੀਆ ਦੀ ਫਾਈਨਲ ਬੈਟਲ ਹੈ ਕਿ ਡੈਮੋਕ੍ਰੇਸੀ ਬਚੂਗੀ ਜਾਂ ਨਹੀਂ ਬਚੂਗੀ। ਕਿਉਂਕਿ ਜੇ ਇੱਕ ਨੇਸ਼ਨ, ਇੱਕ ਇਲੈਕਸ਼ਨ ਹੁੰਦੀ ਹੈ, ਮੰਨ ਲਓ ਥਿਓਰੈਟੀਕਲੀ ਹੋਈ, ਆਪਾਂ ਹਾਈਪੋਥੈਟੀਕਲੀ ਸੋਚੀਏ ਕਿ ਉਹਦੇ 'ਚ ਈਵੀਐਮ ਦਾ ਯੂਸੇਜ ਹੁੰਦਾ ਹੈ, ਜਦੋਂ ਅਲੱਗ-ਅਲੱਗ ਹੋਣਗੀਆਂ ਉਹਨਾਂ 'ਚ ਯੂਜ਼ ਕਰਨਾ ਬੜਾ ਔਖਾ ਹੈ, ਮੋਨੀਟਰਿੰਗ ਲੋਕਾਂ ਦੀ ਵੱਧ ਜਾਂਦੀ ਹੈ ਉਹਦੇ ਵਿੱਚ। ਇਹਦੇ 'ਚ ਬੜਾ ਸੌਖਾ ਹੈ ਕਿ ਟ੍ਰੈਂਡ ਇਕੱਠੇ ਆ ਜਾਣਗੇ, ਸਰਵੇ ਇਕੱਠੇ ਹੋ ਜਾਣਗੇ, ਜਿੱਥੇ ਕੋਈ ਪਾਰਟੀ ਦੀ ਸਮਰੱਥਾ ਹੈ ਉਹ ਈਵੀਐਮ ਨੂੰ ਯੂਜ਼ ਕਰਕੇ ਸਟੇਟਾਂ 'ਚ ਵੀ ਤੇ ਸੈਂਟਰ 'ਚ ਵੀ ਆ ਜਾਊਗੀ। ਉਹ ਤੋਂ ਬਾਅਦ ਫਿਰ ਮੇਰਾ ਨਹੀਂ ਖਿਆਲ ਕਿ ਦੁਬਾਰਾ ਇਲੈਕਸ਼ਨ ਹੋਣ ਦੀ ਸੰਭਾਵਨਾ ਬਣੂਗੀ, ਕਿਉਂਕਿ ਕੇਂਦਰ ਦੀ ਇਹ ਗੱਲ ਰਾਹੁਲ ਗਾਂਧੀ, ਇਹ ਗੱਲ ਇੰਡੀਆ ਗਠਜੋੜ ਦੇ ਬਾਕੀ ਮੈਂਬਰ ਵੀ ਜਿਹੜੇ ਇਹ ਗੱਲ ਕਹਿ ਰਹੇ ਆ ਕਿ ਇਹ ਭਾਈ ਆਖਰੀ ਲੜਾਈ ਹੈ ਚੋਣਾਂ ਦੇ ਨਾਲ, ਆਖਰੀ ਲੜਾਈ ਹੈ। ਇਸ ਤੋਂ ਬਾਅਦ ਜੇ ਦੁਬਾਰਾ ਬੀਜੇਪੀ ਦੀ ਆ ਗਈ ਕਹਿੰਦੇ ਸਰਕਾਰ, ਤਾਂ ਦੁਬਾਰਾ ਕਹਿੰਦੇ ਦੇਸ਼ ਦੇ ਵਿੱਚ ਚੋਣਾਂ ਹੋਣੀਆਂ ਨਹੀਂ। ਇਹ ਗੱਲ ਵਿਰੋਧੀ ਪਾਰਟੀਆਂ ਕਹਿ ਰਹੀਆਂ ਨੇ ਲਗਾਤਾਰ। ਬਿਲਕੁਲ, ਕਿਉਂਕਿ ਜਿਸ ਤੱਤ ਪੜਤੀ ਦੇ ਵਿੱਚ ਹੁਣ ਸੈਸ਼ਨ ਸੱਦਿਆ ਜਾ ਰਿਹਾ ਹੈ ਤੇ ਫੈਸਲਾ ਕੀਤਾ ਜਾਣਾ ਹੈ, ਔਰ ਜੇ ਦਸੰਬਰ 'ਚ ਹੀ ਕਰਾ ਲਿਆ ਜਾਂਦਾ ਹੈ, ਇਹ ਸਪਸ਼ਟ ਹੈ ਕਿ ਉਹਨਾਂ ਨੂੰ ਹਾਰ ਨਿਸ਼ਚਿਤ ਦਿਖ ਰਹੀ ਹੈ, ਔਰ ਉਹ ਫਾਈਨਲ ਆਪਣੀ ਵਿਕਟਰੀ ਹੈ ਜਿਹੜੀ ਡਿਫੀਟ ਹੈ ਉਹਨੂੰ ਵਿਕਟਰੀ 'ਚ ਬਦਲਣਾ ਚਾਹੁੰਦੇ ਨੇ। ਕਿਉਂਕਿ ਥਾਂ ਦੇ ਉੱਪਰ ਸੁਬਰਾਮਨੀਅਮ ਸਵਾਮੀ ਤੋਂ ਲੈ ਕੇ ਨਿਤਿਨ ਗਡਕਰੀ ਤੋਂ ਲੈ ਕੇ ਬੀਜੇਪੀ ਦੇ ਵਿੱਚ ਵੀ ਬਾਗੀ ਸੁਰਾਂ ਉੱਠਣੀਆਂ ਸ਼ੁਰੂ ਹੋ ਗਈਆਂ ਨੇ। ਜਿਉਂ-ਜਿਉਂ ਸਮਾਂ ਅੱਗੇ ਲੰਘੂਗਾ ਤਾਂ ਵਧਣਗੀਆਂ। ਸੋ ਇਸ ਕਰਕੇ ਉਹ ਬੜੀ ਜਲਦੀ ਦੇ ਵਿੱਚ ਸਾਰਾ ਕੁਝ ਫਿੱਟ-ਫਾਟ ਕਰਕੇ ਕਰਨਾ ਚਾਹੁੰਦੇ ਨੇ, ਪਰ ਇਹ ਲਾਗੂ ਹੋ ਸਕੂਗਾ, ਸਿਰੇ ਚੜ ਸਕੂਗਾ ਜਾਂ ਨਹੀਂ, ਪਰ ਇਹ ਹੈ ਕਿ ਇਹ ਇੰਡੀਆ ਦੀ ਲੋਕ ਰਾਜ ਦੀ ਫਾਈਨਲ ਬੈਟਲ ਹੈ ਕਿ ਇਹਨੇ ਲੋਕ ਰਾਜ ਰਹਿਣਾ ਹੈ, ਲੋਕ ਰਾਜ ਬਣਨਾ ਹੈ ਦੁਬਾਰਾ, ਜਾਂ ਇਹਨੇ ਯੋਗ ਰਾਜ ਦੇ ਵਿੱਚ ਕਨਵਰਟ ਹੋ ਜਾਣਾ। ਸੋ ਇੱਕ ਕਰੋਨੀ ਕੈਪੀਟਲਿਜ਼ਮ ਹੈ, ਇੱਕ ਇਹ ਵੀ ਕਹਿ ਸਕਦੇ ਆ ਨਾ ਅਗਲੇ, ਇਹ ਵੀ ਕਹਿ ਸਕਦੇ ਆ ਕਿ ਭਾਈ 1967 ਤੱਕ ਜਿਹੜੀਆਂ ਚੋਣਾਂ ਇਕੱਠੀਆਂ ਹੀ ਹੁੰਦੀਆਂ ਆਈਆਂ ਨੇ, ਉਸ ਤੋਂ ਬਾਅਦ ਕਾਂਗਰਸ ਨੇ ਇਹ ਰਿਵਾਜ ਚਲਾਇਆ ਕਿ ਸੂਬਿਆਂ ਦੇ ਵਿੱਚ ਸਰਕਾਰਾਂ ਜਿਹੜੀਆਂ ਭੰਗ ਕਰ ਦੋ, ਉਸ ਤੋਂ ਬਾਅਦ ਜਿਹੜੇ ਅਕੜ ਪਿਛੜ ਜਿਹੜੀਆਂ ਡਿਸਟਰਬ ਹੋ ਗਿਆ ਸਮਾਂ। ਤੇ ਉਹ ਇਹ ਵੀ ਕਹਿ ਸਕਦੇ ਆ ਕਿ ਭਾਈ ਜੇ ਲੋਕ ਤੁਹਾਡੇ ਹੱਕ ਦੇ ਵਿੱਚ ਹੋਣਗੇ ਤੇ ਰਾਜ ਸਭਾ ਦੇ ਵਿੱਚ ਤੇ ਮਾਫ ਕਰਨਾ, ਵਿਧਾਨ ਸਭਾਵਾਂ ਦੇ ਵਿੱਚ ਤੇ ਲੋਕ ਸਭਾਵਾਂ ਦੇ ਵਿੱਚ ਤੁਹਾਨੂੰ ਲੋਕ ਵੋਟਾਂ ਪਾ ਦੇਣਗੇ, ਤੁਹਾਨੂੰ ਰਾਜ ਅਜਿਹੇ ਵੀ ਜਿਹੜੇ ਆ ਉਹ ਯਾਦ ਰੱਖ ਕੇ ਜਾ ਸਕਦੇ ਆ। ਇਹ ਜਿਹੇ ਤਰਕ ਦਿੱਤੇ ਜਾ ਸਕਦੇ ਬੀਜੇਪੀ ਦੇ ਵੱਲੋਂ। ਤਰਕ ਤਾਂ ਦਿੱਤੇ ਹੀ ਜਾਣਗੇ। ਦੇਖੋ, ਤਰਕ ਤਾਂ ਇਹ ਹੈ ਕਿ ਉਸ ਟਾਈਮ ਇੰਦਰਾ ਗਾਂਧੀ ਸੀ, ਇੰਦਰਾ ਗਾਂਧੀ ਦੇ ਅਥਾਰਟੇਰੀਅਨਿਜ਼ਮ ਦੇ ਵਿੱਚ ਤੇ ਮੋਦੀ ਦੇ ਅਥਾਰਟੇਰੀਅਨਿਜ਼ਮ ਦੇ ਵਿੱਚ ਬੜਾ ਫਰਕ ਨਹੀਂ ਹੈ। ਉਹ ਸਿਰਫ ਇਹ ਹੈ ਕਿ ਉਹ ਇੱਕ ਕਿਸਮ ਦਾ ਕਹਿ ਲਓ ਅਥਾਰਟੇਰੀਅਨਿਜ਼ਮ, ਅਥਾਰਟੇਟਿਵ ਇੱਦਾਂ ਸੀ ਕਿ ਮੈਂ ਠੀਕ ਹਾਂ ਬਿਲਕੁਲ। ਇੱਥੇ ਇੱਕ ਆਈਡੀਓਲੋਜੀਕਲ ਅਥਾਰਟੇਰੀਅਨਿਜ਼ਮ ਵੀ ਹੈ ਕਿ ਹਿੰਦੂ ਰਾਸ਼ਟਰ ਦਾ ਵੀ ਇਹਦੇ ਮਤਲਬ ਇੰਦਰਾ ਗਾਂਧੀ ਦੇ ਟਾਈਮ ਹਿੰਦੂ ਰਾਸ਼ਟਰ ਵਾਲਾ ਨਹੀਂ ਸੀ, ਪਰ ਹਾਲਾਂਕਿ ਜਿਹੜਾ ਕਿਹਾ ਜਾਂਦਾ ਸੀ ਉਸ ਟਾਈਮ ਵੀ ਨਾਰਾ ਲੱਗਿਆ ਸੀ ਇੰਦਰਾ ਇਜ਼ ਇੰਡੀਆ, ਇੰਡੀਆ ਇਜ਼ ਇੰਦਰਾ। ਹੁਣ ਇਹ ਹੈ ਕਿ ਮੋਦੀ ਇਜ਼ ਇੰਡੀਆ ਐਂਡ ਇੰਡੀਆ ਇਜ਼ ਮੋਦੀ, ਪਰ ਇਹ ਤੋਂ ਵੀ ਅੱਗੇ ਹੁਣ ਤਾਂ ਚੱਲਿਆ ਗਿਆ, ਹੁਣ ਤਾਂ ਅਡਾਨੀ ਇਜ਼ ਇੰਡੀਆ ਬਣ ਰਿਹਾ। ਮਤਲਬ ਇੱਕੋ ਹੀ ਕਾਰਪੋਰੇਟ ਘਰਾਣਾ, ਇੱਕੋ ਹੀ ਮਤਲਬ ਪ੍ਰਾਈਮ ਮਿਨਿਸਟਰ ਜਾਂ ਸਰਕਾਰ, ਇੱਕੋ ਹੀ ਆਈਡੀਓਲੋਜੀ ਤੇ ਇੱਕੋ ਹੀ ਪਾਰਟੀ ਜਾਂ ਪਾਰਟੀ ਦਾ ਇੱਕ ਖਾਸ ਕਿਸਮ ਦਾ, ਵਿਸ਼ੇਸ਼ ਕਿਸਮ ਦਾ ਪਿਛਲਾ ਸਟਰਕਚਰ, ਆਰਐਸਐਸ ਵਗੈਰਾ ਜਿਹਨੂੰ ਹਿੰਦੂ ਰਾਸ਼ਟਰ ਕਹਿ ਸਕਦੇ ਹਾਂ, ਇਹ ਉਸ ਪਾਸੇ ਵੱਲ ਨੂੰ ਅਸੀਂ ਵੱਧ ਰਹੇ ਹਾਂ। ਪਰ ਇਹਦੇ ਵਿੱਚ ਡੈਮੋਕ੍ਰੇਸੀ ਜਾਂ ਡਾਈਸੈਂਟ ਜਾਂ ਉਹਦੀ ਜਗ੍ਹਾ ਪਹਿਲਾਂ ਹੀ ਕੋਈ ਨਹੀਂ ਹੈ ਖਾਸ। ਤੁਸੀਂ ਦੇਖੋ ਨਾ, ਆਪਣੇ ਜਿਹੜੇ ਆਮ ਜਿਹੜੇ ਮਤਲਬ ਕਹਿ ਲਓ ਐਕਟਿਵਿਸਟ ਨੇ, ਹਿਊਮਨ ਰਾਈਟਸ ਵਾਲੇ ਨੇ, ਉਹ ਤਾਂ ਕਦ ਦੇ ਵਿਚਾਰੇ ਕਿਤੇ ਖਤਮ ਕਰਤੇ। ਸਰਕਾਰ ਜਿੱਥੇ ਜੋ ਚਾਹੇ ਉਹ ਕਰ ਸਕਦੀ ਹੈ। ਸੋ ਇਹ ਮੇਰਾ ਖਿਆਲ ਹੈ ਉਹਨੂੰ ਫਾਰਮਲਾਈਜ਼ ਕਰਨ ਦਾ ਇੱਕ ਸਟੈਪ ਹੋਊਗਾ। ਪਰ ਇਹਦੇ ਉੱਪਰ ਦੇਖੋ ਇੰਡੀਆ ਦਾ ਜਿਹੜਾ ਫਰੰਟ ਹੈ ਉਹ ਕਿੰਨਾ ਕੁ ਲੋਕਾਂ ਨੂੰ ਜਾਗਰਤ ਕਰ ਸਕਦੇ ਨੇ। ਪਰ ਇਹ ਹੈ ਕਿ ਇਹਨੇ ਕੋਈ ਮਾੜੀ ਗੱਲ ਨਹੀਂ, ਇਹਦੇ ਖਿਲਾਫ ਕੋਈ ਆਰਗੂਮੈਂਟ ਆਪਾਂ ਵਨ ਨੇਸ਼ਨ ਵਨ ਜਿਹੜੀ ਮਤਲਬ ਇਲੈਕਸ਼ਨ ਹੈ ਇਹਦੇ ਖਿਲਾਫ ਨਹੀਂ ਆਰਗੂਮੈਂਟ ਦੀ ਗੱਲ।
ਪਰ ਜਿਸ ਪ੍ਰਸੰਗ ਦੇ ਵਿੱਚ ਲਿਆਂਦੀ ਜਾ ਰਹੀ ਹੈ, ਜਿਸ ਹਾਲਾਤ ਦੇ ਵਿੱਚ ਲਿਆਂਦੀ ਜਾ ਰਹੀ ਹੈ, ਉਹਦੇ ਵਿੱਚ ਇਹਦੇ 'ਚ ਹੋਰ ਬਹੁਤ ਸਾਰੇ ਖਦਸ਼ੇ ਛੁਪੇ ਹੋਏ ਨੇ। ਚਲੋ ਡਾਕਟਰ ਸਾਹਿਬ, ਇਸ ਅਹਿਮ ਵਿਸ਼ੇ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ, ਤੁਸੀਂ ਜੁੜੇ ਸਾਡੇ ਨਾਲ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਸੁਖਵਿੰਦਰ ਜੀ, ਸਰੋਤਿਆਂ ਦਾ ਵੀ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਆਏ ਸਨ ਡਾਕਟਰ ਹਰਵਿੰਦਰ ਸਿੰਘ ਭੱਟੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਸ ਅਹਿਮ ਵਿਸ਼ੇ ਤੇ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਇਸ ਅਹਿਮ ਵਿਸ਼ੇ ਤੇ ਸਾਡੀਆਂ ਨਜ਼ਰਾਂ ਜਿਹੜੀਆਂ ਹੋਰ ਵੀ ਟਿਕੀਆਂ ਰਹਿਣਗੀਆਂ। ਆਉਣ ਵਾਲੇ ਸਮੇਂ ਦੇ ਵਿੱਚ ਇਸ ਮਸਲੇ ਤੇ ਕੀ ਵੱਡੀਆਂ ਅਪਡੇਟ ਹੋਣਗੀਆਂ, ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ। ਫਿਲਹਾਲ ਹੀ ਦਿਓ ਮੈਨੂੰ ਇਜਾਜ਼ਤ, ਧੰਨਵਾਦ।